ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਦੇਖੋ, ਸਾਧੂ ਸੰਤ ਤਾਂ ਇਸ ਸੰਸਾਰ ਦੇ ਵਿੱਚ ਬਹੁਤ ਹੋਏ ਆ, ਬਹੁਤ ਆਏ ਆ, ਬਹੁਤ ਆਪਣੇ ਹੁਕਮ ਕਮਾ ਕੇ ਚਲੇ ਗਏ ਆ। ਪਰ ਇਹਨਾਂ ਸਾਧੂਆਂ ਦੇ ਵਿੱਚੋਂ ਅਗਰ ਕਿਸੇ ਨੇ ਆਪਣੇ ਇਸ਼ਟ ਦੇ ਦਰਸ਼ਨ ਕੀਤੇ ਆ ਤਾਂ ਹੋ ਸਕਦਾ ਹੈਗਾ ਕਿ ਉਹਨਾਂ ਨੇ ਇਹ ਦਰਸ਼ਨ ਕੁਛ ਪਲ ਵਾਸਤੇ ਕੀਤੇ ਹੋਣ, ਕੁਛ ਟਾਈਮ ਵਾਸਤੇ ਕੀਤੇ ਹੋਣ, ਜਾਂ ਵੈਸੇ ਹੀ ਦਰਸ਼ਨ ਕਈ ਮਹਾਤਮਾ ਜਿਹੜੇ ਆ ਉਹ ਨਿੱਤ ਵੀ ਕਰਦੇ ਆ। ਪਰ ਇਹੋ ਜਿਹੇ ਦਰਸ਼ਨ ਜਿਹੜੇ ਧੰਨ ਧੰਨ ਬਾਬਾ ਨੰਦ ਸਿੰਘ ਹੋਣਾ ਨੇ ਆਪਣੇ ਜੀਵਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੀਤੇ ਆ, ਇਹੋ ਜਿਹੇ ਦਰਸ਼ਨ ਤਾਂ ਕੋਈ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਮਹਾਤਮਾ ਹੈ ਉਹਨਾਂ ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਹੀ ਮਹਾਂਪੁਰ ਕਰ ਸਕਦਾ ਹੈਗਾ। ਆਪ ਸੰਗਤਾਂ ਜਾਣਦੀਆਂ ਕਿ ਧੰਨ ਧੰਨ ਬਾਬਾ ਨੰਦ ਸਿੰਘ ਹੋਣਾ ਨੇ ਆਪਣੇ ਜੀਵਨ ਕਾਲ ਦੇ ਅੰਦਰ ਰੋਜ਼ ਧੰਨ ਗੁਰੂ ਸਾਹਿਬ ਮਹਾਰਾਜ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਉਣਾ। ਜਦ ਤੱਕ ਉਹ ਆਪਣੇ ਹੱਥੀਂ ਪ੍ਰਸ਼ਾਦਾ ਨਹੀਂ ਸੀ ਛਕਾਉਂਦੇ ਤਦ ਤੱਕ ਧੰਨ ਧੰਨ ਬਾਬਾ ਨੰਦ ਸਿੰਘ ਹੋਣਾ ਦਾ ਜਿਹੜਾ ਮਨ ਸੀਗਾ ਉਹ ਭਤੀਜਦਾ ਨਹੀਂ ਸੀ ਹੁੰਦਾ। ਸੋ ਧੰਨ ਗੁਰੂ ਨਾਨਕ ਸਾਹਿਬ ਰੋਜ਼ ਬਾਬਾ ਨੰਦ ਸਿੰਘ ਹੋਣਾ ਦੇ ਹੱਥਾਂ ਤੋਂ ਪ੍ਰਸ਼ਾਦਾ ਛਕਦੇ ਹੁੰਦੇ ਸੀ। ਸੋ ਇਹ ਬੜੀਆਂ ਅਸੰਭਵ ਜਿਹੀਆਂ ਗੱਲਾਂ ਲੱਗਦੀਆਂ, ਪਰ ਕਿਉਂਕਿ ਇਹੋ ਗੱਲਾਂ ਕੇਵਲ ਅਤੇ ਕੇਵਲ ਮਹਾਂਪੁਰਖਾਂ ਦੇ ਹੀ ਜੀਵਨ ਕਾਲ ਦੇ ਵਿੱਚ ਆਉਂਦੀਆਂ ਹੈ, ਇਸੇ ਕਰਕੇ ਤਾਂ ਸਾਨੂੰ ਗੁਰਬਾਣੀ ਨੇ ਆਖਿਆ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ। ਹੁਣ ਦੇਖੋ, ਵੇਦ ਜਿਹੜੇ ਆ ਉਹ ਬਹੁਤ ਢੇਰ ਤੋਂ ਲਿਖੇ ਹੋਏ ਆ, ਲੇਕਿਨ ਇਹਨਾਂ ਵੇਦਾਂ ਦੇ ਅੰਦਰ ਬੜੇ ਗੂੜ੍ਹ ਰਹੱਸ ਹੈ। ਲੇਕਿਨ ਇਹਨਾਂ ਗੂੜ੍ਹ ਰਹੱਸਾਂ ਦੇ ਭਾਵ ਵੀ ਜਿਹੜੇ ਆ ਵੇਦ ਅਗਰ ਉਹ ਸਾਖਸ਼ਾਤ ਪ੍ਰਤੱਖ ਪ੍ਰਗਟ ਵੀ ਹੋ ਜਾਣ ਤਾਂ ਵੀ ਉਹ ਮਹਾਂਪੁਰਖਾਂ ਦੀ ਮਹਿਮਾ ਨਹੀਂ ਜਾਣ ਸਕਦੇ, ਕਥਨ ਨਹੀਂ ਕਰ ਸਕਦੇ, ਸਿਰਫ ਮਹਾਂਪੁਰਖਾਂ ਦੀ ਉਸਤਤ ਕਰ ਸਕਦੇ ਆ। ਦੇਖੋ, ਧੰਨ ਧੰਨ ਬਾਬਾ ਨੰਦ ਸਿੰਘ ਹੋਣਾ ਨੇ ਜਿੱਥੇ ਆਪ ਰੋਜ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਹੱਥੀਂ ਪ੍ਰਸ਼ਾਦੇ ਛਕਾਏ ਆ, ਉਸ ਤੋਂ ਬਾਅਦ ਇਹ ਪ੍ਰਸ਼ਾਦਿਆਂ ਦੀ ਸੇਵਾ ਉਹਨਾਂ ਨੇ ਭਾਈ ਉੱਤਮ ਸਿੰਘ ਹੋਣਾ ਨੂੰ ਦਿੱਤੀ ਸੀ। ਸੋ ਇੱਕ ਵਾਰ ਦੀ ਘਟਨਾ ਉਹਨਾਂ ਦੇ ਜੀਵਨ ਦੀ ਬੜੀ ਦੁਰਲੱਭ ਹੈ ਕਿ ਇੱਕ ਵਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਭਾਈ ਉੱਤਮ ਸਿੰਘ ਦੇ ਹੱਥੋਂ ਪ੍ਰਸ਼ਾਦਾ ਛਕ ਰਹੇ ਸੀਗੇ, ਅਚਨਚੇਤ ਜਦ ਪਹਿਲੀ ਬੁਰਕੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ ਦੇ ਵਿੱਚ ਜਦੋਂ ਉਹਨਾਂ ਨੇ ਪਾਈ ਸੀ ਤਾਂ ਉਸੇ ਟਾਈਮ ਉਹ ਜਿਹੜੀ ਬੁਰਕੀ ਸੀਗੀ ਉਸ ਨੂੰ ਬਾਹਰ ਕੱਢ ਦਿੱਤਾ ਸੀਗਾ ਅਤੇ ਅਦ੍ਰਿਸ਼ ਹੋ ਗਏ ਸੀਗੇ। ਸੋ ਜਦ ਇਸ ਘਟਨਾ ਦਾ ਜਿਹੜਾ ਬਾਬਾ ਨੰਦ ਸਿੰਘ ਹੋਣਾ ਨੂੰ ਪਤਾ ਲੱਗਾ ਸੀਗਾ ਅਤੇ ਫਿਰ ਉਹਨਾਂ ਨੂੰ ਪਤਾ ਲੱਗਾ ਸੀਗਾ ਕਿ ਬਾਬੇ ਨਾਨਕ ਨੇ ਪ੍ਰਸ਼ਾਦਾ ਕਿਉਂ ਨਹੀਂ ਛਕਿਆ ਹੈ। ਸੋ ਇਹ ਜਿਹੜੀ ਸਿਕਸ਼ਾ ਹੈਗੀ ਹੈ ਸਾਨੂੰ ਇਹ ਚੀਜ਼ ਸਿਖਾਉਂਦੀ ਆ ਕਿ ਭਾਈ ਅਗਰ ਕੋਈ 10 ਨੋਹਾਂ ਦੀ ਮਿਹਨਤ ਕਰੇ, 10 ਨੋਹਾਂ ਦੀ ਕਮਾਈ ਕਰੇ ਤਾਂ ਉਹਦੀ ਕੀਤੀ ਕਮਾਈ ਦੇ ਪ੍ਰਸ਼ਾਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰ 'ਤੇ ਕਬੂਲ ਹੁੰਦੇ ਆ। ਸੋ ਜਿਹੜੀ 2 ਨੰਬਰ ਦੀ ਕਮਾਈ ਆ ਉਸ ਦਾ ਕੋਈ ਵੀ ਜਿਹੜਾ ਅੰਨ ਦਾਣਾ ਗ੍ਰਹਿਣ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਹੀਂ ਕਰਦੇ। ਜਿਵੇਂ ਦੇਖੋ, ਮਾਲਕ ਭਾਗੋ ਦੇ ਜਿਹੜੇ ਮਾਲ ਪੂੜੇ ਬਾਬੇ ਨਾਨਕ ਨੇ ਨਹੀਂ ਛਕੇ, ਕੇਵਲ ਤਾਂ ਕੇਵਲ ਕੋਧਰੇ ਦਾ ਪ੍ਰਸ਼ਾਦਾ ਹੀ ਭਾਈ ਲਾਲੂ ਜੀ ਦੇ ਘਰ ਛਕਿਆ ਸੀਗਾ। ਸੋ ਇਹ ਜੋ ਘਟਨਾ ਹੈਗੀ ਆ, ਇਹ ਜਦੋਂ ਮਹਾਂਪੁਰਖ ਬਾਬਾ ਨੰਦ ਸਿੰਘ ਹੋਣੀ ਪਿੰਡ ਬਾਗਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਉਸ ਸਮੇਂ ਵਾਪਰੀ ਸੀ। ਸੋ ਆਪ ਸੰਗਤਾਂ ਜਾਣਦੀਆਂ ਹੈ ਕਿ ਦੇਖੋ, ਬਾਬਾ ਨੰਦ ਸਿੰਘ ਹੋਣਾ ਦਾ ਸਥਾਨ ਜਗਰਾਓਂ ਸਥਾਨ 'ਤੇ ਜਗਰਾਵਾਂ ਤੋਂ ਲੁਧਿਆਣਾ ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ 23 ਮੀਲ ਸੀਗਾ, ਅਤੇ ਫਿਰ ਲੁਧਿਆਣੇ ਤੋਂ ਜਿਹੜਾ ਜਲੰਧਰ ਤਕਰੀਬਨ 38 ਮੀਲ ਪੈਂਦਾ, ਅਤੇ ਜਲੰਧਰ ਤੋਂ ਫਿਰ ਅੰਮ੍ਰਿਤਸਰ ਤਕਰੀਬਨ 49 ਮੀਲ ਹੈ, ਅਤੇ ਅੰਮ੍ਰਿਤਸਰ ਤੋਂ ਫਿਰ ਜਿਹੜਾ ਲਾਹੌਰ ਹੈ ਇਹ ਤਕਰੀਬਨ 45 ਮੀਲ ਦੀ ਦੂਰੀ 'ਤੇ ਪੈਂਦਾ। ਉਸ ਤੋਂ ਬਾਅਦ ਆਪਾਂ ਦੇਖਦੇ ਕਿ ਲਾਹੌਰ ਤੋਂ ਲਾਇਲਪੁਰ ਇਹ ਤਕਰੀਬਨ 84-85 ਮੀਲ ਦੀ ਦੂਰੀ 'ਤੇ ਹੈ, ਅਤੇ ਉਸ ਤੋਂ ਬਾਅਦ ਲਾਇਲਪੁਰ ਤੋਂ ਅੱਗੇ 50 ਮੀਲ ਦੂਰੀ ਦੇ ਉੱਤੇ ਫਿਰ ਬਾਗਾ ਪਿੰਡ ਪੈਂਦਾ ਹੈਗਾ। ਇਸ ਬਾਗਾ ਪਿੰਡ ਦੇ ਇਹ ਵਿੱਚ ਬਾਬਾ ਨੰਦ ਸਿੰਘ ਹੋਣੀ ਬਹੁਤ ਟਾਈਮ ਰਹੇ ਆ, ਅਤੇ ਇੱਥੇ ਦੀਆਂ ਮਾਈਆਂ ਨੇ ਬਾਬਾ ਨੰਦ ਸਿੰਘ ਹੋਣਾ ਦੀ ਬੜੀ ਸੇਵਾ ਕੀਤੀ ਉਹਨਾਂ ਟਾਈਮਾਂ ਦੇ ਵਿੱਚ। ਸੋ ਜਦੋਂ ਸੇਵਾ ਕੀਤੀ ਤਾਂ ਬਾਬਾ ਜੀ ਨੇ ਫਿਰ ਇੱਥੇ ਬਾਗੇ ਪਿੰਡ ਦੀਆਂ ਜਿਹੜੀਆਂ ਮਾਈਆਂ ਸੀ ਉਹਨਾਂ ਨੂੰ ਵਰਦਾਨ ਦਿੱਤਾ ਸੀ ਕਿ ਮਾਈਆਂ ਰੱਬ ਰਜਾਈਆਂ। ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਇਹ ਵੀ ਜਿਹੜਾ ਸੀਗਾ ਇਹ ਹਦਾਇਤ ਕਰ ਦਿੱਤੀ ਸੀ, ਕਿਉਂਕਿ ਅਸੀਂ ਥੋੜ੍ਹਾ ਜੰਗਲੀ ਸਥਾਨ 'ਚ ਰਹਿੰਦੇ ਹਾਂ, ਜੰਗਲ ਦਾ ਇਲਾਕਾ ਹੈਗਾ, ਇਸ ਕਰਕੇ ਮਾਈਆਂ ਇਕੱਲੀਆਂ ਨਾ ਆਉਣ, ਅਤੇ ਜੇ ਅਗਰ ਕਿਸੇ ਮਾਈਆਂ ਨੇ ਆਉਣਾ ਹੋਵੇ ਤਾਂ ਉਹਨਾਂ ਦੇ ਨਾਲ ਫਿਰ ਸਿੰਘ ਜ਼ਰੂਰ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਦੇਖੋ, ਫਿਰ ਸਾਰੀ ਜਿਹੜੀ ਬਾਗਾਂ ਦੀ ਸੰਗਤ ਸੀਗੀ ਉਹ ਬਾਬਾ ਨੰਦ ਸਿੰਘ ਹੋਣਾ ਦੀ ਸੇਵਕ ਬਣੀ ਸੀ, ਸ਼ਰਧਾਲੂ ਬਣੀ ਸੀਗੀ। ਸੋ ਜਿਹੜਾ ਪਿੰਡ ਬਾਗਾਂ ਹੈਗਾ ਇਹਦੀ ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ ਆਬਾਦੀ 5000 ਦੇ ਕਰੀਬ ਸੀ। ਸੋ ਬਾਗਾ ਇੱਕ ਕਸਬਾ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਤਕਰੀਬਨ 900 ਦੇ ਕਰੀਬ ਇਹਦੇ ਵਿੱਚ ਘਰ ਸੀਗੇ। ਸਾਰੇ ਦੇ ਸਾਰੇ ਸ਼ਰਧਾਲੂ ਬਾਬਾ ਨੰਦ ਸਿੰਘ ਹੋਣਾ ਦੇ ਸੀਗੇ। ਇੱਥੇ ਦੱਸਦੇ ਆ ਕਿ ਬਾਗਾਂ ਦੇ ਨਜ਼ਦੀਕ ਇੱਕ ਭਾਈ ਭਗਤਾ ਜੀ ਹੁੰਦੇ ਸੀਗੇ। ਜਿਹੜੇ ਭਾਈ ਭਗਤਾ ਜੀ ਹੁੰਦੇ ਸੀ ਉਹਨਾਂ ਨੂੰ ਕਲਗੀਧਰ ਮਹਾਰਾਜ ਨੇ
ਦਰਸ਼ਨ ਦੇ ਕੇ ਇਹ ਜਿਹੜਾ ਸੀ ਹੁਕਮ ਲਾਇਆ ਸੀਗਾ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰਨਾ। ਸੋ ਭਾਈ ਭਗਤਾਂ ਨੂੰ ਹੀ ਹੁਕਮ ਹੋਇਆ ਸੀਗਾ ਕਿ ਬਾਗਾ ਪਿੰਡ ਤੋਂ ਤਕਰੀਬਨ 2-2.5 ਕੋਹ ਦੇ ਉੱਤੇ ਇੱਕ ਖੂਹ ਹੈਗਾ ਅਤੇ ਖੂਹ ਦੇ ਕੋਲ ਇੱਕ ਬੋੜ ਹੈਗੀ ਆ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸੀਗੇ। ਅਤੇ ਉਸ ਜਗ੍ਹਾ 'ਤੇ ਤੁਸੀਂ ਗੁਰਦੁਆਰਾ ਸਾਹਿਬ ਬਣਾਉਣਾ ਹੈਗਾ, ਉੱਥੇ ਇੱਕ ਕਿਲ੍ਹਾ ਵੀ ਬਣਾਉਣਾ ਹੈਗਾ ਅਤੇ ਕਿਲ੍ਹੇ ਦੇ ਨਾਲ ਇੱਕ ਖੂਹ ਵੀ ਜਿਹੜਾ ਹੈਗਾ ਉਸ ਦਾ ਵੀ ਜਿਹੜੀ ਆ ਉਹ ਤਿਆਰੀ ਕਰਨੀ ਆ। ਇਸ ਤਰ੍ਹਾਂ ਉਪਦੇਸ਼ ਦਿੱਤਾ ਸੀਗਾ। ਪਰ ਜਦੋਂ ਭਾਈ ਭਗਤਾ ਜੀ ਇੱਥੇ ਆਏ ਸੀਗੇ ਅਤੇ ਇਸ ਅਸਥਾਨ ਨੂੰ ਲੱਭ ਨਹੀਂ ਸਕੇ, ਫਿਰ ਕਲਗੀਧਰ ਪਿਤਾ ਜੀ ਨੇ ਆਪ ਭਾਈ ਬਾਗਾ ਜੀ ਨੂੰ ਦਰਸ਼ਨ ਦੇ ਕੇ ਇਹ ਅਸਥਾਨ ਦੇ ਜਿਹੜੇ ਨਿਸ਼ਾਨ ਸੀਗੇ ਆਪਣੇ ਘੋੜੇ ਦੀ ਪੌੜ ਦੇ ਨਾਲ ਦਿਖਾਲੇ ਸੀਗੇ। ਅਤੇ ਜਿਸ ਜਗ੍ਹਾ ਦੇ ਉੱਤੇ ਤਲਾਬ ਬਣਿਆ ਹੈਗਾ, ਇੱਥੇ ਵੀ ਦਸ਼ਮੇਸ਼ ਪਿਤਾ ਦੇ ਘੋੜੇ ਦੇ ਆਲੇ ਦੁਆਲੇ ਪੈੜ ਲੱਗੇ ਸੀ ਕਿ ਇੰਨਾ ਵੱਡਾ ਤਲਾਬ ਬਣਾਉਣਾ ਹੈ। ਗੁਰਦੁਆਰੇ ਸਾਹਿਬ ਦੇ ਆਲੇ ਦੁਆਲੇ ਪੈੜ ਲੱਗੇ ਕਿ ਏਡਾ ਵੱਡਾ ਗੁਰਦੁਆਰਾ ਸਾਹਿਬ ਬਣਨਾ, ਅਤੇ ਉਸ ਕਿਲ੍ਹੇ ਦੇ ਆਲੇ ਦੁਆਲੇ ਵੀ ਘੋੜੇ ਦੇ ਪੈੜਾਂ ਦੀਆਂ ਨਿਸ਼ਾਨੀਆਂ ਲੱਗੀਆਂ ਕਿ ਐਡਾ ਕਿਲ੍ਹਾ ਬਣਾਉਣਾ ਹੈਗਾ। ਸੋ ਉਸ ਤੋਂ ਬਾਅਦ ਫਿਰ ਭਾਈ ਭਗਤਾ ਸਿੰਘ ਹੋਣਾ ਨੇ ਕਾਰ ਸੇਵਾ ਸ਼ੁਰੂ ਕੀਤੀ ਸੀ। ਇਸ ਸਥਾਨ ਦੇ ਉੱਤੇ ਜਦੋਂ ਬਾਬਾ ਨੰਦ ਸੋਹਣੀ ਬਾਗੀ ਰਹਿੰਦੇ ਹੁੰਦੇ ਸੀ ਤਾਂ ਸੰਗਰਾਂਦ ਦੇ ਇਸੇ ਖੂਹ ਦੇ ਵਿੱਚ ਇਸ਼ਨਾਨ ਕਰਦੇ ਹੁੰਦੇ ਸੀ। ਸੋ ਇਸੇ ਖੂਹ ਦੇ ਜਲ ਦੀ ਬੜੀ ਮਾਨਤਾ ਇਹ ਸੀਗੀ ਕਿ ਇੱਥੇ ਕੁੜੀ ਵੀ ਇਸ਼ਨਾਨ ਕਰ ਲੈਂਦਾ ਸੀ ਅਤੇ ਉਹਦਾ ਕੋੜ ਦੂਰ ਹੋ ਜਾਂਦਾ ਸੀ, ਇੰਨੀ ਬਰਕਤ ਵਾ ਇਸ ਜਲ ਦੇ ਅੰਦਰ। ਸੋ ਦੇਖੋ ਜਦੋਂ ਬਾਬਾ ਨੰਦ ਸੋਹਣੀ ਰਹਿੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਬਾਬਾ ਨੰਦ ਸੋਹਣਾ ਨੇ ਜਿਹੜੇ ਬਾਗਾਂ ਦਾ ਪਿੰਡ ਸੀਗਾ ਹੈ ਨਾ, ਇਸ ਨੂੰ ਬਹੁਤ ਪ੍ਰੇਮ ਦੇਖ ਕੇ ਵਰਦਾਨ ਦਿੱਤਾ ਸੀਗਾ ਅਤੇ ਵਰਦਾਨ ਇਹ ਦਿੱਤਾ ਸੀਗਾ ਕਿ ਬਾਗਾਂ ਵਾਲੇ ਭਾਗਾਂ ਵਾਲੇ। ਸੋ ਉਸ ਤੋਂ ਬਾਅਦ ਪਿੰਡ ਦੀ ਬੜੀ ਪ੍ਰਸੰਨਤਾ ਹੋਈ। ਇੱਥੇ ਬਾਬਾ ਨੰਦ ਸੋਹਣਾ ਨੇ ਬਾਬਾ ਸੁਜਾਨ ਸਿੰਘ ਹੋਣੀ ਅਤੇ ਭਾਈ ਉੱਤਮ ਸਿੰਘ ਇਹਨਾਂ ਨੂੰ ਆਪਣੇ ਪਾਸ ਬੁਲਾ ਲਿਆ ਸੀਗਾ। ਇਹ ਦੋਨੇ ਸੇਵਾ ਦੇ ਵਿੱਚ ਆ ਗਏ ਸੀ ਅਤੇ ਮਹਾਂਪੁਰਖ ਬਾਬਾ ਨੰਦ ਸੋਹਣੀ ਕਹਿੰਦੇ ਸੀਗੇ ਕਿ ਭਾਈ ਸੁਜਾਨ ਸਿੰਘ ਅਤੇ ਭਾਈ ਉੱਤਮ ਸਿੰਘ ਇਹ ਸਾਡੇ ਪਿਛਲੇ ਜਨਮਾਂ ਦੇ ਸੰਬੰਧੀ ਹੈਗੇ ਆ। ਸੋ ਉਸ ਤੋਂ ਬਾਅਦ ਫਿਰ ਜਦੋਂ ਭਾਈ ਉੱਤਮ ਸਿੰਘ ਹੁਣੀ ਆਉਂਦੇ ਹੁੰਦੇ ਸੀ, ਸਾਰਾ ਦਿਨ ਬਾਬਾ ਜੀ ਦੀ ਸੇਵਾ ਕਰਦੇ ਰਹਿੰਦੇ ਸੀ ਅਤੇ ਸ਼ਾਮ ਨੂੰ ਜਦ ਰਾਤ ਪੈਣੀ ਤਾਂ ਬਾਬਾ ਜੀ ਨੇ ਇਹਨਾਂ ਨੂੰ ਆਪਣੇ ਘਰ ਭੇਜ ਦੇਣਾ। ਜਦ ਅੰਮ੍ਰਿਤ ਵੇਲਾ ਹੋਣਾ ਫਿਰ ਭਾਈ ਉੱਤਮ ਸਿੰਘ ਹੁਣਾਂ ਨੇ ਪ੍ਰਸ਼ਾਦੇ ਤਿਆਰ ਕਰਨੇ ਆ, ਦਹੀਂ ਲਿਆਉਣਾ। ਇਹ ਤਾਤਕ ਜਿਹੜੀ ਸੀ ਪ੍ਰਸ਼ਾਦਿਆਂ ਦੀ ਸੇਵਾ ਬਾਬਾ ਨੰਦ ਸੋਹਣਾ ਦੀ ਕਰਦੇ ਰਹਿਣਾ। ਅਤੇ ਇੱਕ ਦਿਨ ਫਿਰ ਬਾਬਾ ਨੰਦ ਸੋਹਣਾ ਨੇ ਭਾਈ ਉੱਤਮ ਸਿੰਘ ਹੁਣਾਂ ਨੂੰ ਇਹ ਸੇਵਾ ਦੇ ਦਿੱਤੀ ਕਿ ਅਸੀਂ ਰੋਜ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਾਦੇ ਛਕਾਉਂਦੇ ਹਾਂ ਅਤੇ ਇਹ ਸੇਵਾ ਅਸੀਂ ਤੁਹਾਨੂੰ ਦਿੰਦੇ ਹਾਂ, ਤਾਂ ਤੁਸੀਂ ਰੋਜ਼ ਇਹ ਸੇਵਾ ਕਰਿਆ ਕਰੋ। ਸੋ ਇਹ ਜਿਹੜੀ ਸੇਵਾ ਸੀਗੀ ਬਾਬਾ ਉੱਤਮ ਸਿੰਘ ਜਦੋਂ ਮਿਲੀ ਸੀਗੀ ਤਾਂ ਭਾਈ ਉੱਤਮ ਸਿੰਘ ਜਿਹੜੇ ਸੀ ਉਹ ਬੜੇ ਪ੍ਰਸੰਨ ਹੋਏ ਸੀ, ਕਿਉਂਕਿ ਇਹੋ ਜਿਹੀ ਜਿਹੜੀ ਸੇਵਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੋਜ਼ ਪ੍ਰਸ਼ਾਦਾ ਛਕਾਉਣਾ ਇਹ ਤਾਂ ਫਿਰ ਅੱਖਰਾਂ 'ਚ ਬਿਆਨ ਨਹੀਂ ਹੋ ਸਕਦੀ, ਇਹ ਤਾਂ ਕਲਪਨਾ ਤੋਂ ਵੀ ਪਰੇ ਦੀ ਗੱਲ ਹੈ। ਪਰ ਉਸ ਤੋਂ ਬਾਅਦ ਫਿਰ ਭਾਈ ਉੱਤਮ ਸਿੰਘ ਜਿਹੜੇ ਸੀਗੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੋਜ਼ ਪ੍ਰਸ਼ਾਦੇ ਛਕਾਉਣ ਦੀ ਸੇਵਾ ਕਰਦੇ ਸੀ ਅਤੇ ਜਿਹੜਾ ਬਾਗਾਂ ਦਾ ਪਿੰਡ ਸੀਗਾ ਉੱਥੇ ਬਾਬਾ ਨੰਦ ਸੋਹਣਾ ਨੇ ਹਦਾਇਤ ਕੀਤੀ ਸੀਗੀ ਕਿ ਹਰੇਕ ਘਰ ਦੇ ਵਿੱਚੋਂ ਇੱਕ ਡੱਬਾ ਪ੍ਰਸ਼ਾਦੇ ਦਾ ਰੋਜ਼ ਘਰ ਭਰਤੀ ਇੱਥੇ ਭਾਈ ਉੱਤਮ ਸਿੰਘ ਹੋਣਾ ਨੂੰ ਦਿੱਤਾ ਜਾਵੇ ਅਤੇ ਭਾਈ ਉੱਤਮ ਸਿੰਘ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਗੇ। ਦੇਖੋ ਇਹ ਜਿਹੜਾ ਪ੍ਰਸ਼ਾਦੇ ਛਕਾਉਣ ਦੀ ਕਿਰਿਆ ਸੀ ਕਾਫੀ ਸਾਲਾਂ ਤੋਂ ਚੱਲ ਰਹੀ ਸੀ। ਇੱਕ ਵਾਰ ਕੀ ਹੋਇਆ ਕਿ ਭਾਈ ਉੱਤਮ ਸਿੰਘ ਹੋਣੀ ਜਦੋਂ ਇਸ਼ਨਾਨ ਕਰਕੇ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਰਜ਼ਾਦਾ ਦੇ ਅਨੁਸਾਰ ਪ੍ਰਸ਼ਾਦਾ ਛਕਾਉਣ ਲੱਗੇ ਅਤੇ ਜਦ ਪਹਿਲੀ ਬੁਰਕੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੂੰਹ ਦੇ ਵਿੱਚ ਜਿਉਂ ਹੀ ਆਈ ਆ ਅਤੇ ਬਾਬੇ ਨਾਨਕ ਨੇ ਕੀ ਕੀਤਾ, ਉਸੇ ਟਾਈਮ ਉਹ ਜਿਹੜੀ ਬੁਰਕੀ ਸੀਗੀ ਉਹ ਮੂੰਹ ਦੇ ਨਾਲ ਛੂੰਹਦੇ ਸਾਰੀ ਬਾਹਰ ਕੱਢ ਦਿੱਤੀ ਸੀ। ਜਦੋਂ ਬਾਹਰ ਕੱਢ ਦਿੱਤੀ ਸੀ ਉਸੇ ਟਾਈਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਦ੍ਰਿਸ਼ ਹੋ ਗਏ ਸੀ। ਜਦ ਅਦ੍ਰਿਸ਼ ਹੋ ਗਏ ਤਾਂ ਭਾਈ ਉੱਤਮ ਸਿੰਘ ਬਹੁਤ ਘਬਰਾ ਗਏ, ਬਹੁਤ ਡਰ ਗਏ, ਉੱਚੀ ਉੱਚੀ ਰੋਣ ਲੱਗ ਪਏ। ਜਦ ਰੋਣ ਲੱਗ ਪਏ ਤਾਂ ਇੱਧਰ ਬਾਬਾ ਨੰਦ ਸਿੰਘ ਹੋਣੀ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਸੇਵਾ ਕਰਦੇ ਹੁੰਦੇ ਸੀ, ਉਹਨਾਂ ਦੇ ਨਾਲ ਭਾਈ ਸੁਲੱਖਣ ਸਿੰਘ ਹੋਣੀ ਬੈਠੇ ਸੀ। ਉਸ ਟਾਈਮ ਜਦੋਂ ਭਾਈ ਉੱਤਮ ਸਿੰਘ ਰੋਣ ਲੱਗੇ ਤਾਂ ਬਾਬਾ ਨੰਦ ਸਿੰਘ ਨੇ ਅੰਤਰਜਾਮੀ ਭਾਈ ਸੁਲੱਖਣ ਸਿੰਘ ਨੂੰ ਕਹਿਣ ਲੱਗੇ ਕਿ ਭਾਈ ਦੇਖ ਕੇ ਆਏ ਵੀ ਭਾਈ ਉੱਤਮ ਸਿੰਘ ਜਿਹੜਾ ਉਹ ਪ੍ਰਸ਼ਾਦੇ ਦਾ ਭੋਗ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲਗਾਉਣ ਗਿਆ ਹੈ, ਅਜੇ ਤੱਕ ਆਇਆ ਕਿਉਂ ਨਹੀਂ। ਅਤੇ ਜਦੋਂ ਭਾਈ ਸੁਲੱਖਣ ਸਿੰਘ ਦੇਖਣ ਗਏ ਤਾਂ ਉਹਨਾਂ ਨੇ ਕੀ ਦੇਖਿਆ, ਭਾਈ ਉੱਤਮ ਸਿੰਘ ਜ਼ਾਰ ਰੋ ਰਹੇ ਆ। ਜਦ ਬਹੁਤ ਜ਼ਾਰ ਰੋ ਰਹੇ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਨੰਦ ਸਿੰਘ ਨੂੰ ਦੱਸਿਆ। ਜਦੋਂ ਭਾਈ ਸੁਲੱਖਣ ਸਿੰਘ ਨੇ ਦੱਸਿਆ ਕਿ ਭਾਈ ਉੱਤਮ ਸਿੰਘ ਬਹੁਤ ਜ਼ਾਰ ਰੋ ਰਹੇ ਆ, ਫਿਰ ਬਾਬਾ ਨੰਦ ਸਿੰਘ ਆਪ ਚੱਲ ਕੇ ਗਏ। ਚੱਲ ਕੇ ਕਹਿਣ ਲੱਗੇ, ਉੱਤਮ ਸਿੰਘ ਕੀ ਗੱਲ ਵਾ, ਤੂੰ ਇੰਨਾ ਉੱਚੀ ਉੱਚੀ ਕਿਉਂ ਰੋ ਰਿਹਾ ਹੈ। ਅਤੇ ਫਿਰ ਭਾਈ ਉੱਤਮ ਸਿੰਘ ਨੇ ਦੱਸਿਆ ਸੀਗਾ ਕਿ ਮੈਂ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਲੱਗਾ ਸੀਗਾ, ਜੋ ਹੀ ਇੱਕ ਬੁਰਕੀ ਜਿਹੜੀ ਆ ਉਹਨਾਂ ਨੇ ਮੂੰਹ 'ਚ ਪਾਈ ਆ ਤਾਂ ਉਹੀ ਬੁਰਕੀ ਬਾਹਰ ਕੱਢ ਦਿੱਤੀ ਆ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਅਦ੍ਰਿਸ਼ ਹੋ ਗਏ ਆ ਅਤੇ ਮੇਰੇ ਮਨ ਦੇ ਵਿੱਚ ਆਉਂਦਾ ਕਿ ਮੈਂ ਪਤਾ ਨਹੀਂ ਕਿਹੜੀ ਗਲਤੀ ਕਰ ਦਿੱਤੀ, ਐਸਾ ਕਿਹੜਾ ਮੇਰੇ ਕੋਲ ਪਾਪ ਹੋ ਗਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਪ੍ਰਸ਼ਾਦਾ ਨਹੀਂ ਛਕਿਆ, ਅੱਜ ਭੋਗ ਨਹੀਂ ਲੱਗਾ।
ਜਦ ਇਹ ਗੱਲ ਹੋਈ ਸੀ ਤੇ ਫਿਰ ਬਾਬਾ ਨੰਦ ਸਿੰਘ ਹੋਣੀ ਭਾਈ ਉੱਤਮ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਉੱਤਮ ਸਿੰਘ ਤੇਰਾ ਕੋਈ ਕਸੂਰ ਨਹੀਂ ਆ, ਤੇਰੀ ਭਾਵਨਾ ਦੇ ਵਿੱਚ ਕੋਈ ਕਮੀ ਨਹੀਂ ਆ, ਹਾਂ ਕਮੀ ਆ ਤੇ ਇਸ ਪ੍ਰਸ਼ਾਦੇ 'ਚ ਹੋ ਸਕਦੀ ਆ। ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਹੋਣਾ ਨੇ ਭਾਈ ਉੱਤਮ ਸਿੰਘ ਨੂੰ ਪੁੱਛਿਆ ਕਿ ਮੈਨੂੰ ਇਹ ਦੱਸ ਵੀ ਇਹ ਪ੍ਰਸ਼ਾਦਾ ਅੱਜ ਬਾਗਾ ਪਿੰਡ ਵਿੱਚੋਂ ਕੌਣ ਲੈ ਕੇ ਆਇਆ ਹੈ। ਤੇ ਫਿਰ ਭਾਈ ਉੱਤਮ ਸਿੰਘ ਹੁਣੇ ਦੱਸਿਆ ਸੀਗਾ ਕਿ ਇਹ ਪ੍ਰਸ਼ਾਦਾ ਬਾਗਾ ਪਿੰਡ ਦੇ ਭਾਈ ਗਿਆਨ ਸਿੰਘ ਹੁਣੀ ਲੈ ਕੇ ਆਏ ਆ। ਜਦ ਇੰਨੀ ਗੱਲ ਹੋਈ ਸੀ ਬਾਬਾ ਜੀ ਕਹਿਣ ਲੱਗੇ ਵੀ ਚਲੋ ਇਸ ਤਰ੍ਹਾਂ ਕਰੋ, ਗਿਆਨ ਸਿੰਘ ਨੂੰ ਬੁਲਾ ਕੇ ਲੈ ਕੇ ਆਓ। ਤੇ ਜਦੋਂ ਸਿੰਘ ਗਏ ਗਿਆਨ ਸਿੰਘ ਨੂੰ ਬੁਲਾ ਕੇ ਲੈ ਕੇ ਆਏ ਤੇ ਬਾਬਾ ਜੀ ਗਿਆਨ ਸਿੰਘ ਨੂੰ ਕਹਿਣ ਲੱਗੇ ਕਿ ਸੱਚ ਦੱਸ, ਝੂਠ ਨਾ ਬੋਲੀ, ਇਹ ਤੂੰ ਪ੍ਰਸ਼ਾਦਾ ਅੱਜ ਜੋ ਭੇਜਿਆ ਹੈਗਾ ਇਹ ਕਿਸ ਭਾਵਨਾ ਨਾਲ ਭੇਜਿਆ ਸੀਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਗਿਆਨ ਸਿੰਘ ਜਿਹੜੇ ਸੀ ਡਰ ਗਏ ਸੀ ਤੇ ਬਾਬਾ ਜੀ ਕਹਿਣ ਲੱਗੇ ਸੱਚ ਦੱਸੂਗਾ ਤੇ ਠੀਕ ਆ, ਤੇ ਅਗਰ ਤੂੰ ਝੂਠ ਬੋਲਿਆ ਤਾਂ ਤੇਰਾ ਬਹੁਤ ਭਾਰੀ ਨੁਕਸਾਨ ਹੋਊਗਾ। ਤਾਂ ਫਿਰ ਭਾਈ ਗਿਆਨ ਸਿੰਘ ਹੁਣਾਂ ਨੇ ਦੱਸਿਆ ਸੀਗਾ ਕਿ ਮੇਰੇ ਇੱਕ ਮਿੱਤਰ ਵਾ ਜਿਹੜੇ ਮੁਸਲਮਾਨ ਹੈਗੇ ਆ, ਮੈਂ ਉਹਨਾਂ ਨੂੰ 50 ਰੁਪਏ ਵਿਆਜੂ ਉਧਾਰੂ ਦਿੱਤੇ ਸੀਗੇ। ਜਦ ਵਿਆਜ 'ਤੇ ਉਧਾਰੇ ਦਿੱਤੇ ਸੀ ਉਸ ਤੋਂ ਬਾਅਦ ਬਹੁਤ ਟਾਈਮ ਉਹਨਾਂ ਨੇ ਇਹ ਪੈਸੇ ਨਹੀਂ ਮੋੜੇ ਤੇ ਮੈਂ ਵੀ 50 ਰੁਪਈਆਂ ਦੇ ਨਾਲ ਇੱਕ ਸਿਫਰਾ ਵਧਾ ਕੇ ਇਹ ਪੈਸੇ 50 ਤੋਂ 500 ਰੁਪਈਆ ਬਣਾਤਾ ਸੀਗਾ। ਜਦ ਕਹਿੰਦੇ ਵੀ ਮੈਂ ਕਾਗਜ਼ੀ 500 ਰੁਪਈਆ ਬਣਾਇਆ ਸੀ। ਫਿਰ ਭਾਈ ਗਿਆਨ ਸਿੰਘ ਕਹਿੰਦੇ ਕਿ ਮੈਂ ਇਹ 500 ਰੁਪਏ ਦੇ ਲਾਲਚ ਦੇ ਵਿੱਚ ਫਿਰ ਮੁਕੱਦਮਾ ਕੀਤਾ। ਜਦ ਮੁਕੱਦਮਾ ਕੀਤਾ ਤੇ ਇਹ ਮੁਕੱਦਮਾ ਮੈਂ ਜਿੱਤ ਗਿਆ ਕਿ ਮੈਂ ਇਸ ਨੂੰ 500 ਰੁਪਈਆ ਉਧਾਰਾ ਦਿੱਤਾ ਹੈ ਤੇ ਇਹ ਮੈਨੂੰ ਪੈਸੇ ਨਹੀਂ ਮੋੜਦਾ ਹੈਗਾ। ਫਿਰ ਮੈਂ ਇਹ ਬੇਨਤੀ ਕੀਤੀ ਸੀ ਕਿ ਅਗਰ ਮੈਂ ਇਹ ਮੁਕੱਦਮਾ ਜਿੱਤ ਜਾਵਾਂ ਤੇ ਮੁਕੱਦਮਾ ਜਿੱਤਣ ਤੋਂ ਬਾਅਦ ਫਿਰ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਡੱਬਾ ਪ੍ਰਸ਼ਾਦੇ ਦਾ ਜ਼ਰੂਰ ਭੇਜੂੰਗਾ। ਕਹਿੰਦੇ ਵੀ ਅੱਜ ਫਿਰ ਮੈਂ ਮੁਕੱਦਮਾ ਜਿੱਤ ਗਿਆ 500 ਵਾਲਾ ਤੇ ਹੁਣ ਕਹਿੰਦੇ ਮੈਂ ਜਿਹੜਾ ਸੀਗਾ ਉਹ ਪ੍ਰਸ਼ਾਦਾ ਤਿਆਰ ਕਰਕੇ ਭਾਈ ਉੱਤਮ ਸਿੰਘ ਦੇ ਕੋਲ ਭੇਜਿਆ ਹੈਗਾ। ਜਦ ਇਹ ਗੱਲ ਸਾਰੀ ਭਾਈ ਗਿਆਨ ਸਿੰਘ ਹੁਣਾਂ ਨੇ ਬਾਬਾ ਨੰਦ ਸਿੰਘ ਹੁਣਾਂ ਨਾਲ ਸਾਂਝੀ ਕੀਤੀ ਸੀ ਤਾਂ ਫਿਰ ਬਾਬਾ ਨੰਦ ਸਿੰਘ ਹੁਣੀ ਕਹਿਣ ਲੱਗੇ, ਕਹਿੰਦੇ ਉਹ ਗਿਆਨ ਸਿੰਘ ਤਾਂ ਇਹ ਕੀ ਕੀਤਾ ਹੈਗਾ। ਕਹਿੰਦੇ ਝੂਠ ਦੀ ਕਮਾਈ ਕਰਕੇ ਤਾਂ ਤੂੰ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪ੍ਰਸ਼ਾਦਾ ਛਕਾਵੇਂ, ਇਹ ਲੇਖਾ ਕਹਿੰਦੇ ਤੂੰ ਕਿੱਥੋਂ ਦੇਣਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਭਾਈ ਗਿਆਨ ਸਿੰਘ ਜਿਹੜੇ ਸੀ ਬੁਰੀ ਤਰ੍ਹਾਂ ਡਰ ਗਏ ਸੀਗੇ। ਜਦ ਡਰ ਗਏ ਸੀਗੇ ਤਾਂ ਫਿਰ ਭਾਈ ਗਿਆਨ ਸਿੰਘ ਹੋਣੀ ਬਾਰ-ਬਾਰ ਜੀ ਅਰਜ਼ੋਈ ਕਰਨ ਲੱਗੇ ਸੀ ਕਿ ਮਹਾਂਪੁਰਖ ਮੈਨੂੰ ਮਾफ़ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਕੰਮ ਦੁਬਾਰਾ ਨਹੀਂ ਕਰੂੰਗਾ, ਮੈਂ ਕਿਸੇ ਦੇ ਨਾਲ ਧੋਖਾ ਨਹੀਂ ਕਰੂੰਗਾ। ਤੇ ਫਿਰ ਜਦ ਉਹਨੇ ਬਹੁਤ ਜ਼ਿਆਦਾ ਅਰਜ਼ੋਈ ਕੀਤੀ ਸੀ ਫਿਰ ਬਾਬਾ ਨੰਦ ਸਿੰਘ ਕਹਿੰਦੇ ਦੇਖ ਭਾਈ ਤੈਨੂੰ ਅਸੀਂ ਬਖਸ਼ਾ ਸਕਦੇ ਹਾਂ, ਪਰ ਗੱਲ ਇੱਕ ਹੈਗੀ ਆ ਕਿ ਜੇ ਇਸ ਗਰੀਬ ਦੇ ਨਾਲ ਤੂੰ 50 ਰੁਪਏ ਦੇ ਪਿੱਛੇ ਸਿਫਰਾ ਲਾ ਕੇ 500 ਰੁਪਏ ਲੈ ਕੇ ਇਹ ਰਕਮ ਆਪਣੇ ਘਰ ਲੈ ਲਈ ਆ, ਉਸ ਨੂੰ ਇੱਦਾਂ ਕਰ ਕਿ ਹੁਣੇ ਜਾ ਕੇ 450 ਰੁਪਈਆ ਵਾਪਸ ਕਰਕੇ ਆ। ਜਦ ਇਹ ਗੱਲ ਹੋਈ ਸੀ ਤਾਂ ਫਿਰ ਭਾਈ ਗਿਆਨ ਸਿੰਘ ਹੁਣੀ ਜਿਹੜੇ ਸੀ ਉਹ ਘਰ ਗਏ ਸੀਗੇ। ਜਦ ਘਰ ਗਏ ਤਾਂ ਉਸ ਤੋਂ ਬਾਅਦ ਇਹ 450 ਰੁਪਈਆ ਲੈ ਕੇ ਉਸ ਮੁਸਲਮਾਨ ਮਿੱਤਰ ਦੇ ਘਰ ਗਏ। ਉਹਨੂੰ ਕਹਿਣ ਲੱਗੇ ਬਈ ਮੇਰੇ ਤੋਂ ਗਲਤੀ ਹੋ ਗਈ ਸੀ, ਮੈਂ ਲਾਲਚਬਾਜ਼ ਹੋ ਗਏ, ਤੈਨੂੰ ਜਿਹੜੇ 50 ਰੁਪਈਏ ਦਿੱਤੇ ਸੀਗੇ ਉਹਨਾਂ 50 ਰੁਪਈਆਂ ਦੇ ਪਿੱਛੇ ਸਿਫਰਾ ਲਾ ਕੇ ਮੈਂ 500 ਬਣਾ ਲਿਆ ਸੀਗਾ ਅਤੇ ਇਹ ਮੇਰੇ ਤੋਂ ਗਲਤੀ ਹੋ ਗਈ ਸੀਗੀ। ਅਤੇ ਤੂੰ ਹੁਣ ਇਸ ਤਰ੍ਹਾਂ ਕਰ ਕਿ 450 ਰੁਪਈਆ ਤੂੰ ਰੱਖ ਲੈ ਅਤੇ ਮੈਂ ਆਪਣੇ 50 ਰੁਪਈਏ ਜਿਹੜੇ ਤੈਨੂੰ ਦਿੱਤੇ ਸੀ ਉਹ ਰੱਖ ਲੈਂਦਾ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਜਿਹੜਾ ਮੁਸਲਮਾਨ ਮਿੱਤਰ ਸੀ ਭਾਈ ਗਿਆਨ ਸਿੰਘ ਨੂੰ ਕਹਿਣ ਲੱਗਾ, ਕਹਿੰਦਾ ਦੇਖ ਮੈਨੂੰ ਪਤਾ ਹੈਗਾ ਅਤੇ ਤੈਨੂੰ ਵੀ ਪਤਾ ਹੈਗਾ ਕਿ ਤੂੰ ਮੈਨੂੰ 50 ਰੁਪਈਏ ਦਿੱਤੇ ਅਤੇ ਮੈਂ ਤੇਰੇ ਤੋਂ 50 ਰੁਪਈਏ ਲਏ ਆ, ਅਤੇ ਪਰ ਤੂੰ ਝੂਠ ਦੀ ਕਮਾਈ ਦੇ ਪਿੱਛੇ 50 ਤੋਂ 500 ਰੁਪਈਏ ਲੈ ਕੇ ਮੇਰੇ 'ਤੇ ਮੁਕੱਦਮਾ ਕਰਕੇ ਇਹ ਪੈਸੇ ਲੈ ਗਿਆ ਹੈ ਅਤੇ ਮੈਂ ਇਹ ਜਿਹੜੇ ਪੈਸੇ ਆ ਆਪਣੀ ਜ਼ਮੀਨ ਗਹਿਣੇ ਰੱਖ ਕੇ ਤੈਨੂੰ ਦਿੱਤੇ ਆ, ਪਰ ਹੁਣ ਮੈਂ ਇਹ ਜਿਹੜਾ 500 ਰੁਪਈਆ ਹੈਗਾ ਤੇਰੇ ਤੋਂ ਨਹੀਂ ਲੈਣਾ। ਮੈਂ ਆਪਣੀ ਜ਼ਿੰਦਗੀ 'ਚ ਇਹ ਦੇਖਣਾ ਕਿ ਇਹ ਜਿਹੜਾ ਪੈਸੇ ਮੈਂ ਤੈਨੂੰ ਦਿੱਤੇ ਹੈਗੇ ਆ ਇਹਨਾਂ ਪੈਸਿਆਂ ਦੇ ਨਾਲ ਤੇਰੇ ਬੱਚੇ ਕਿਵੇਂ ਰੋਟੀ ਖਾਣਗੇ। ਜਦ ਉਸ ਮੁਸਲਮਾਨ ਨੇ ਬੜੀ ਇਮਾਨਦਾਰੀ ਦੇ ਨਾਲ ਭਾਈ ਗਿਆਨ ਸਿੰਘ ਨੂੰ ਇਹ ਗੱਲ ਆਖੀ ਸੀ ਅਤੇ ਉਹਨੇ ਨਾ ਕਰ ਦਿੱਤਾ ਸੀਗਾ ਕਿ ਮੈਂ ਤੇਰੇ ਤੋਂ ਪੈਸੇ ਨਹੀਂ ਲੈਣੇ ਹੈਗੇ, ਤੂੰ ਹੁਣ ਆਪਣੇ ਘਰ ਚਲੇ ਜਾ, ਮੈਂ ਦੇਖੂੰਗਾ ਕਿ ਮੇਰੇ ਜਿਹੜੀ ਇਹ ਕਮਾਈ 450 ਦੀ ਹੈ ਇਹ ਤੂੰ ਕਿਵੇਂ ਆਪਣੇ ਬੱਚਿਆਂ ਨੂੰ ਖਿਲਾਉਂਦਾ ਹੈਗਾ। ਉਸ ਤੋਂ ਬਾਅਦ ਫਿਰ ਭਾਈ ਗਿਆਨ ਸਿੰਘ ਜਿਹੜਾ ਸੀ ਉਹ ਘਰ ਚੱਲ ਗਿਆ। ਜਦ ਘਰ ਗਿਆ, ਘਰ ਜਾ ਕੇ ਉਹਨੇ ਘਰਦਿਆਂ ਨਾਲ ਸਲਾਹ ਕੀਤੀ, ਪਰ ਸਾਰਿਆਂ ਨੇ ਕਿਹਾ ਵੀ ਹੁਣ ਕਿਵੇਂ ਹੋ ਸਕਦਾ। ਅਖੀਰ ਜਦ ਕੋਈ ਬਾਤ ਚੱਲਦੀ ਨਾ ਦੇਖੀ ਭਾਈ ਗਿਆਨ ਸਿੰਘ ਹੁਣਾਂ ਨੇ ਫਿਰ ਭਾਈ ਗਿਆਨ ਸਿੰਘ ਹੁਣਾਂ ਨੇ ਪੰਚਾਇਤ ਕੀਤੀ। ਜਦ ਪੰਚਾਇਤ ਦੇ ਵਿੱਚ ਉਹੀ ਜਿਹੜਾ ਮੁਸਲਮਾਨ ਮਿੱਤਰ ਸੀ ਸੱਦਿਆ ਅਤੇ ਪੰਚਾਇਤ ਨੇ ਉਸ ਨੂੰ ਕਿਹਾ ਕਿ ਠੀਕ ਹੈ ਤੂੰ ਗਲਤੀ ਹੋ ਗਈ ਆ ਅਤੇ ਤੂੰ ਹੁਣ ਆਪਣੇ 450 ਰੁਪਈਏ ਵਾਪਸ ਲੈ ਲਾ ਹੈਗਾ ਅਤੇ ਇਹ ਤੈਨੂੰ ਦੇ ਰਿਹਾ ਹੈਗਾ। ਪਰ ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਮੁਸਲਮਾਨ ਮਿੱਤਰ ਫਿਰ ਭਾਈ ਗਿਆਨ ਸਿੰਘ ਨੂੰ ਭਲੇ ਪੰਚਾਇਤ 'ਚ ਕਹਿਣ ਲੱਗਾ ਕਿ ਮੈਂ ਇਹ ਪੈਸੇ ਵਾਪਸ ਨਹੀਂ ਲੈਣੇ ਆ, ਮੈਂ ਤਾਂ ਇਹ ਦੇਖਣਾ ਹੈਗਾ ਕਿ ਇਹ ਪੈਸੇ ਕਿੰਨਾ ਚਿਰ ਚਲਾਊਗਾ। ਇਹ ਪੈਸੇ ਜਿਹੜੇ ਮੇਰੇ ਹੱਕ ਦੇ ਸੀਗੇ
ਇਹ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਕਿਵੇਂ ਖਿਲਾਊਗਾ। ਮੈਂ ਤਾਂ ਇਹ ਚੀਜ਼ ਦੇਖਣੀ ਸੀਗੀ। ਜਦ ਉਹਨੇ ਬਾਰ-ਬਾਰ ਪੈਸੇ ਲੈਣ ਤੋਂ ਨਾ ਕੀਤੀ, ਫਿਰ ਪੰਚਾਇਤ ਨੇ ਕਿਹਾ ਕਿ ਦੇਖ ਅਸੀਂ ਪੰਚਾਇਤੀ ਬੰਦੇ ਹਾਂ, ਤੈਨੂੰ ਇਕੱਠੇ ਹੋ ਕੇ ਕਰਦੇ ਹਾਂ ਕਿ ਚੱਲ ਤੂੰ ਇੱਕ ਵਾਰ ਇਹਨੂੰ ਮਾफ़ ਕਰ ਦੇ ਅਤੇ ਇਹ ਪੈਸੇ ਤੂੰ ਵਾਪਸ ਲੈ ਲਾ। ਜਦ ਪੰਚਾਇਤ ਨੇ ਵੀ ਫਿਰ ਉਸ ਮੁਸਲਮਾਨ ਵੀਰ ਦੇ ਤਰਲੇ ਕੀਤੇ ਸੀਗੇ, ਉਸ ਤੋਂ ਬਾਅਦ ਫਿਰ ਉਹ ਜਿਹੜਾ ਮੁਸਲਮਾਨ ਵੀਰ ਸੀਗਾ ਉਹ ਫਿਰ ਪੰਚਾਇਤ ਨੂੰ ਕਹਿਣ ਲੱਗਾ ਕਿ ਮੈਂ ਪੈਸੇ ਇਸ ਸ਼ਰਤ ਦੇ 'ਤੇ ਲਊਂਗਾ, ਪਹਿਲਾਂ ਮੈਨੂੰ ਇਹ ਦੱਸੇ ਵੀ ਪਹਿਲਾਂ ਭਾਈ ਗਿਆਨ ਸਿੰਘ ਹੁਣਾਂ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ, ਪਰ ਹੁਣ ਮੈਨੂੰ ਪੈਸੇ ਮੋੜਨ ਆਇਆ। ਹੁਣ ਤੁਸੀਂ ਇਹ ਪੁੱਛੋ ਵੀ ਇਹ ਮੈਨੂੰ ਪੈਸੇ ਕਿਉਂ ਮੋੜਦਾ ਹੈਗਾ। ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਪੰਚਾਇਤ ਨੇ ਭਾਈ ਗਿਆਨ ਸਿੰਘ ਨੂੰ ਆਖਿਆ ਸੀਗਾ ਕਿ ਤੂੰ ਸੱਚ ਦੱਸ, ਤੂੰ ਪੈਸੇ ਕਿਉਂ ਮੋੜਦਾ ਹੈਗਾ। ਜਦ ਬਾਗਾਂ ਦੀ ਪੰਚਾਇਤ ਨੇ ਭਾਈ ਗਿਆਨ ਸਿੰਘ ਨੂੰ ਇਹ ਆਖਿਆ ਸੀਗਾ ਅਤੇ ਫਿਰ ਭਾਈ ਗਿਆਨ ਸਿੰਘ ਕਹਿਣ ਲੱਗਾ ਸੀਗਾ ਕਿ ਦਰਅਸਲ ਗੱਲ ਇਹ ਹੈ ਕਿ ਮੈਂ 50 ਤੋਂ 500 ਬਣਾਏ ਸੀਗੇ ਅਤੇ ਲੇਕਿਨ ਇਹ ਅਰਦਾਸ ਕੀਤੀ ਸੀਗੀ ਕਿ ਅਗਰ ਮੈਂ ਮੁਕੱਦਮਾ ਜਿੱਤ ਗਿਆ ਅਤੇ ਇਸ ਮੁਕੱਦਮੇ ਨੂੰ ਜਿੱਤਣ ਤੋਂ ਬਾਅਦ ਮੈਂ ਪ੍ਰਸ਼ਾਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਾਸਤੇ ਡੱਬਾ ਤਿਆਰ ਕਰਕੇ ਭੇਜਾਂਗਾ। ਪਰ ਕਹਿੰਦੇ ਵੀ ਬਾਬੇ ਨਾਨਕ ਨੇ ਮੇਰਾ ਪ੍ਰਸ਼ਾਦਾ ਮਨਜ਼ੂਰ ਨਹੀਂ ਕੀਤਾ। ਜਦ ਖੁਦਾ ਨੇ ਮੇਰਾ ਪ੍ਰਸ਼ਾਦਾ ਖਾਣ ਤੋਂ ਨਾ ਕਰ ਦਿੱਤੀ ਤਾਂ ਮੈਂ ਕਿੱਥੇ ਬਖਸ਼ਿਆ ਜਾਊਂਗਾ। ਇਸ ਕਰਕੇ ਮੈਨੂੰ ਇਹ ਸਾਰੀ ਜਿਹੜੀ ਗੱਲਬਾਤ ਹੈ ਇਹ ਬਾਬਾ ਨੰਦ ਸਿੰਘ ਹੋਣਾ ਨੇ ਦੱਸੀ ਹੈ ਕਿ ਤੂੰ ਉਹਦੇ 450 ਰੁਪਈਆ ਮੋੜ ਕੇ ਆ ਤਾਂ ਤੂੰ ਬਖਸ਼ਿਆ ਜਾਊਂਗਾ। ਜਦ ਇਹ ਗੱਲ ਪੂਰੀ ਪੰਚਾਇਤ 'ਚ ਖੁੱਲ੍ਹੀ ਸੀਗੀ, ਫਿਰ ਉਹ ਮੁਸਲਮਾਨ ਕਹਿਣ ਲੱਗੇ ਵੀ ਠੀਕ ਆ ਮੈਂ ਪੈਸੇ ਰੱਖ ਲੈਂਦਾ ਹੈਗਾ, ਪਰ ਮੇਰੀ ਵੀ ਇੱਕ ਸ਼ਰਤ ਇਹ ਹੈ ਕਿ ਤੁਸੀਂ ਮੈਨੂੰ ਬਾਬਾ ਨੰਦ ਸਿੰਘ ਹੋਣਾ ਦੇ ਦਰਸ਼ਨ ਕਰਾਓ ਜਿਹੜੇ ਰੋਜ਼ ਖੁਦਾ ਨੂੰ ਆਪ ਹੱਥੀਂ ਪ੍ਰਸ਼ਾਦਾ ਛਕਾਉਂਦੇ ਆ। ਜਦ ਇਹ ਗੱਲ ਹੋਈ ਸੀ ਫਿਰ ਜਿਹੜੇ ਸੀ ਇਹ ਗੱਲ ਤੈਅ ਕੀਤੀ ਗਈ ਕਿ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਫਿਰ ਭਾਈ ਗਿਆਨ ਸਿੰਘ ਅਤੇ ਹੋਰ ਬਾਗਾਂ ਦੇ ਜਿੰਨੇ ਵੀ ਹੋਰ ਆਦਮੀ ਸੀਗੇ, ਪੰਚਾਇਤੀ ਸੀਗੇ ਅਤੇ ਇੱਧਰੋਂ ਬਹੁਤ ਸਾਰੇ ਜਿਹੜੇ ਮੁਸਲਮਾਨ ਸੀ ਉਹ ਇਕੱਠੇ ਹੋ ਕੇ ਫਿਰ ਬਾਬਾ ਨੰਦ ਸਿੰਘ ਹੋਣਾ ਦੇ ਪਾਸ ਗਏ। ਜਦ ਬਾਬਾ ਨੰਦ ਸਿੰਘ ਹੋਣਾ ਦੇ ਪਾਸ ਗਏ ਸੀ ਉਹਨਾਂ ਨੇ ਫਿਰ ਸਾਰੀ ਗੱਲਬਾਤ ਦੱਸੀ ਸੀ। ਫਿਰ ਬਾਬਾ ਨੰਦ ਸਿੰਘ ਹੋਣਾ ਨੇ ਆਖਿਆ ਸੀ ਕਹਿੰਦੇ ਦੇਖੋ ਭਾਈ ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਅਤੇ ਕੇਵਲ ਹੱਕ ਹਲਾਲ ਦੀ ਹੀ ਕਮਾਈ ਚੱਲਦੀ ਹੈਗੀ ਆ। ਝੂਠ ਦੀ ਕਮਾਈ ਦਾ ਇੱਕ ਤਿਲ ਮਾਤਰ ਵੀ ਇਹਦੇ ਵਿੱਚ ਨਹੀਂ ਚੱਲਦਾ। ਜੇ ਚੱਲਦਾ ਹੁੰਦਾ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਕੋਧਰੇ ਦਾ ਪ੍ਰਸ਼ਾਦਾ ਕਿਉਂ ਛਕਦੇ, ਕਿਉਂ ਮਾਲਕ ਭਾਗੇ ਦੇ ਪੂੜਿਆਂ ਦੇ ਉੱਤੇ ਨਹੀਂ ਰੀਝੇ। ਜਦ ਇਹ ਸਾਰੀ ਗੱਲਬਾਤ ਜਿਹੜੀ ਬਾਬਾ ਨੰਦ ਸਿੰਘ ਹੋਣਾ ਨੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ, ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਮੁਸਲਮਾਨ ਸੀ ਬਾਬਾ ਨੰਦ ਸਿੰਘ ਹੋਣਾ ਦੇ ਚਰਨਾਂ 'ਚ ਪੈ ਗਿਆ ਸੀ। ਫਿਰ ਬਾਬਾ ਨੰਦ ਸਿੰਘ ਹੋਣਾ ਨੇ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਸੀ, ਕਹਿੰਦੇ ਭਾਈ ਤੁਸੀਂ ਨਾਮ ਜਪਿਆ ਕਰੋ, ਅੱਲਾ ਸਭ ਦਾ ਸਾਂਝਾ ਹੈਗਾ, ਰੱਬ ਅੱਲਾ ਵਾਹਿਗੁਰੂ ਸਭ ਇੱਕੋ ਹੀ ਹੈਗੇ, ਸਭ ਉਸ ਦੀ ਹੀ ਜੋਤ ਹੈਗੀ ਆ। ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਜਦ ਇਸ ਤਰ੍ਹਾਂ ਬਾਬਾ ਨੰਦ ਸਿੰਘ ਹੋਣਾ ਨੇ ਇਹ ਉਪਦੇਸ਼ ਦਿੱਤਾ ਸੀਗਾ, ਫਿਰ ਉਹ ਸਾਰੇ ਮੁਸਲਮਾਨ ਵੀਰ ਬਾਬਾ ਨੰਦ ਸਿੰਘ ਹੋਣਾ ਨੂੰ ਇਹ ਕਹਿਣ ਲੱਗੇ ਕਿ ਅਗਰ ਆਪ ਵਰਗੇ 5-7 ਹੋਰ ਪੀਰ ਹਿੰਦੁਸਤਾਨ ਦੇ ਅੰਦਰ ਹੋਣ ਤੇ ਪੂਰੇ ਹਿੰਦੁਸਤਾਨ ਦੀ ਕਾਇਆ ਪਲਟ ਹੋ ਜਾਵੇ। ਕੋਈ ਵੀ ਆਦਮੀ ਬੇਈਮਾਨੀ ਨਾ ਕਰੇ, ਧੋਖਾ ਨਾ ਕਰੇ, ਰੱਬ ਦੇ ਭੈ ਦੇ ਵਿੱਚ ਰਹੇ, ਦਸਾਂ ਨਹੁੰ ਦੀ ਕਿਰਤ ਕਮਾਈ ਕਰੇ, ਨਾਮ ਜਪੇ ਵੰਡ ਛਕੇ, ਤਾਂ ਫਿਰ ਕਹਿੰਦੇ ਉਹਦਾ ਭਲਾ ਹੋ ਸਕਦਾ ਹੈਗਾ। ਜਦ ਇਹ ਜਿਹੜੇ ਬਚਨ ਸੀਗੇ ਉਹਨਾਂ ਨੇ ਕੀਤੇ ਸੀ ਅਤੇ ਉਹਨਾਂ ਨੇ ਬਾਬਾ ਨੰਦ ਸਿੰਘ ਹੋਣਾ ਦੀ ਜੈ ਜੈਕਾਰ ਕੀਤੀ। ਉਸ ਤੋਂ ਬਾਅਦ ਫਿਰ ਸਾਰੇ ਆਪੋ ਆਪਣੀ ਘਰੀ ਚਲੇ ਗਏ ਸੀ। ਦਾਸ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖੇਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।